सतनाम वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुरु प्रसाद। दंडौत बंदन अनक बार सर्व कला समरथ डोलन ते राखो प्रभु नानक दे कर हथ। सदा सदा गुण गाइए जप नाम मुरारी नेम निभायो सतगुरु प्रभ कृपा धारी। पतित पावन भगत वशल चवर छतर तख्त के मालक जुगो जुग अटल शब्द गुरु। धन धन श्री गुरु ग्रंथ साहिब पातशाह जियां दी पावन पवित्र गोद विच जुड़ बैठे सतसंगी जनों, आओ अपनियां मनोबिरतियां नूं करिए एकाग्र। धन धन श्री गुरु ग्रंथ साहिब पातशाह जियां दी पावन पवित्र हजूरी विच लवाइए हाजरियां। सारी संगत जपो जी वाहिगुरु जी का खालसा वाहिगुरु जी की फतेह। परम सत्कारयोग सन्मानयोग गुरु सवारी साध संगत जी, अज दा शुभ दिहाड़ा नौवें गुरुदेव वैराग दी मूरत दीन दुनिया दे रक्षक धर्म की रक्षा करन वाले हिंद की चादर धन धन श्री गुरु तेग बहादुर जी पातशाह जियां दे अवतार पुरब दिवस नूं आप संगतां बड़े ही प्रेम शरधा दे नाल मना रहे हो। सतगुरां दे 400 साला अवतार पुरब नूं समर्पित आपां सतगुरां दे इतिहास दे नाल सतगुरां दे जीवन दे नाल कुछ समय वास्ते अपनी मनोबिरती नूं एकाग्र करके सतगुरां दे चरनां विच हाजरियां लवाउणियां ने। संखेप दे विच आपां सतगुरां दे जीवन दे नाल मन नूं जोड़ना है। पातशाह जी सोढ़ी कुल दे विच अवतार लैके आए। धन धन श्री गुरु रामदास महाराज जियां दे अपने हत्थीं वसाया नगर गुरु का चक, जिसनों अज आपां अमृतसर करके सत्कार दिन्ने आ। पातशाह जी बचन करते ने धन धन पिता धन धन कुल धन धन सो जननी जिन गुरु जणिया माए। धन धन गुरु जिन नाम आराध्या आप तरिया जिन्नी डिठा तिन्ना लय छडाए। हर सतगुरु मिलो दया कर जन नानक धोवै पाए। ठीकर फोर दलीस सिर प्रभुपुर किया प्यान तेग बहादुर सी क्रिया करी न किन्हु आन। तेग बहादुर के चलत भयो जगत को शोक है सब जग भयो जय 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 सुरलोक। छेवें पातशाह छेवें गुरुदेव धन धन श्री गुरु हरगोबिंद साहिब जी दे गृह विखे गुरु के महल विखे
ਧੰਨ ਧੰਨ ਪੂਜਨੀਕ ਮਾਤਾ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ 1621 ਈਸਵੀ ਸੰਮਤ ਨੂੰ 1 ਅਪ੍ਰੈਲ ਨੂੰ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਬਾਲਕ ਨੇ ਜਨਮ ਲਿਆ। ਅੰਮ੍ਰਿਤ ਵੇਲਾ ਹੈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਨੇ। ਰਬਾਬੀ ਕੀਰਤਨ ਕਰ ਰਹੇ ਨੇ। ਗੁਰੂ ਕੀਆਂ ਸੰਗਤਾਂ ਕੀਰਤਨ ਸਰਵਣ ਕਰ ਰਹੀਆਂ ਨੇ। ਛੇਵੇਂ ਗੁਰਦੇਵ ਵੀ ਕੀਰਤਨ ਸਰਵਣ ਕਰ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚੌਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ। ਭਾਈ ਗੁਰਦਾਸ ਜੀ ਸਨਮੁਖ ਬੈਠੇ ਨੇ। ਭਾਈ ਬਿਧੀ ਚੰਦ ਜੀ ਬੈਠੇ ਨੇ। ਬੇਅੰਤ ਸੰਗਤਾਂ ਹਰਿਮੰਦਰ ਸਾਹਿਬ ਦੀ ਹਾਜ਼ਰੀ ਭਰ ਰਹੀਆਂ ਨੇ। ਤਾਂ ਇੱਕ ਮੇਵੜੇ ਅਰਦਾਸੀਏ ਸਿੰਘ ਨੇ ਜਦ ਕੀਰਤਨ ਦੀ ਸਮਾਪਤੀ ਹੋਈ ਦੋਨੇ ਹੱਥ ਜੋੜੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ ਹੈ। ਤਾਂ ਬੜੀਆਂ ਖੁਸ਼ੀਆਂ ਹੋਈਆਂ। ਅਰਦਾਸ ਹੋਈ, ਕੜਾਹ ਪ੍ਰਸ਼ਾਦ ਦੀ ਦੇਗ ਵਰਤ ਗਈ। ਤਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ ਬੇਅੰਤ ਸੰਗਤਾਂ ਦੇ ਨਾਲ ਗੁਰੂ ਕੇ ਮਹਿਲ ਪਹੁੰਚੇ ਨੇ। ਕੀ ਦੇਖਿਆ? ਬਾਲਕ ਦੇ ਦਰਸ਼ਨ ਕੀਤੇ ਤਾਂ ਸਾਹਿਬਾਂ ਨੇ ਆਪਣਾ ਸੀਸ ਝੁਕਾ ਦਿੱਤਾ, ਸ਼ੁਕਰਾਨਾ ਕੀਤਾ। ਬਾਬਾ ਬਿਧੀ ਚੰਦ ਜੀ ਨੇ ਸਾਹਿਬਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਘਰ ਪਹਿਲਾਂ ਵੀ 3 ਪੁੱਤਰਾਂ ਨੇ ਜਨਮ ਲਿਆ। ਇਹ ਚੌਥੇ ਪੁੱਤਰ ਨੇ ਜਨਮ ਲਿਆ ਤੇ ਆਪ ਜੀ ਨੇ ਸੀਸ ਨਿਵਾਇਆ, ਬਹੁਤ ਹੀ ਸਤਿਕਾਰ ਦਿੱਤਾ। ਇਸ ਦਾ ਕੀ ਕਾਰਨ ਹੈ? ਤਾਂ ਛੇਵੇਂ ਗੁਰਦੇਵ ਕਹਿਣ ਲੱਗੇ, ਗੁਰੂ ਸਵਾਰਿਓ, ਇਹ ਕੋਈ ਆਮ ਬਾਲਕ ਨਹੀਂ, ਇਹ ਵੈਰਾਗ ਦੀ ਮੂਰਤ ਹੈ। ਦੀਨ ਦੁਖੀਆਂ ਦੀ ਰੱਖਿਆ ਕਰਨ ਵਾਲੇ ਨੇ, ਧਰਮ ਦੀ ਰੱਖਿਆ ਕਰਨ ਵਾਲੇ ਨੇ, ਜੋ ਅਵਤਾਰ ਲੈ ਕੇ ਆਏ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ, ਮੇਰਾ ਜਨਮ ਵੀ ਆਪ ਜੀ ਦੇ ਬਚਨਾਂ ਦੇ ਨਾਲ ਮੈਂ ਜਨਮ ਲੈ ਕੇ ਸੰਸਾਰ 'ਤੇ ਆਇਆ। ਅੱਜ ਮੇਰੇ ਘਰ ਚੌਥੇ ਪੁੱਤਰ ਨੇ ਜਨਮ ਲਿਆ ਹੈ, ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੁਸੀਂ ਆਨਨ ਸੇਵਕ ਹੋ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਵਰਸਾਏ ਹੋਏ ਹੋ, ਬਖਸ਼ਿਸ਼ ਕੀਤੀਆਂ ਹੋਈਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ। ਕਿਰਪਾ ਕਰੋ, ਬਾਲਕ ਦਾ ਨਾਮ ਤਜਵੀਜ਼ ਕਰੋ। ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਜੀ ਜਦ ਮਾਤਾ ਜੀ ਉੱਠਣ ਬੈਠਣ ਲੱਗ ਜਾਣਗੇ ਤਾਂ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਨਾਮ ਤਜਵੀਜ਼ ਕੀਤਾ ਜਾਵੇਗਾ। 7 ਬਚਨ ਕਹਿ ਕੇ ਸਾਰੀ ਸੰਗਤ ਸਿਮਰਨ ਕਰਨ ਲੱਗ ਪਈ। ਸਮਾਂ ਆਇਆ, ਕੁਝ ਦਿਨ ਬੀਤੇ। ਮਾਤਾ ਜੀ ਬਾਲਕ ਨੂੰ ਗੋਦ ਵਿੱਚ ਲਿਆ। ਛੇਵੇਂ ਗੁਰਦੇਵ ਜੀ ਹੋਰ ਵੀ ਸੰਗਤਾਂ ਹਰਿਮੰਦਰ ਸਾਹਿਬ ਵਿਖੇ ਪਹੁੰਚੀਆਂ ਨੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਹੈ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਤਾਂ ਨਾਮ ਰੱਖਿਆ ਤਿਆਗ ਮਲ। ਜੋ ਸੰਸਾਰੀ ਪਦਾਰਥਾਂ ਦਾ ਤਿਆਗ ਕਰਨ ਵਾਲੇ
ਤਿਆਗਮੱਲ ਨਾਮ ਰੱਖਿਆ ਗਿਆ। ਬੜੀਆਂ ਖੁਸ਼ੀਆਂ ਹੋਈਆਂ, ਘਰ ਵਿੱਚ ਰੌਣਕਾਂ ਲੱਗੀਆਂ, ਮਠਿਆਈਆਂ ਵੰਡੀਆਂ, ਲੋੜਵੰਦਾਂ ਨੂੰ ਵਸਤਰ ਵੰਡੇ। ਇਸ ਤਰ੍ਹਾਂ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ। ਸਮਾਂ ਆਪਣੀ ਚਾਲ ਚੱਲਦਾ ਗਿਆ। ਬਾਬਾ ਬੁੱਢਾ ਸਾਹਿਬ ਜੀ ਬਾਬਾ ਤਿਆਗਮੱਲ ਜੀ ਨੂੰ ਖਿਡਾਉਂਦੇ ਨੇ, ਗੁਰਬਾਣੀ ਪੜ੍ਹਾਉਂਦੇ ਨੇ, ਪਿਆਰ ਕਰਦੇ ਨੇ। ਬਹੁਤ ਹੀ ਸੰਗਤਾਂ ਬਾਲਕ ਤਿਆਗਮੱਲ ਦੇ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਨੇ। ਤਾਂ ਸਾਧ ਸੰਗਤ ਜੀ, ਸਮਾਂ ਆਪਣੀ ਚਾਲ ਚੱਲਦਾ ਗਿਆ। 4 ਸਾਲ ਦੀ ਆਰਜ਼ੂ ਹੋਈ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਕਾਰਜ ਦਾ ਦਿਨ ਆ ਗਿਆ। ਬੜੀਆਂ ਖੁਸ਼ੀਆਂ ਹੋਈਆਂ, ਦੀਪਮਾਲਾ ਹੋਈ, ਬਰਾਤ ਚੱਲੀ। ਬਰਾਤ ਦੇ ਵਿੱਚ ਸਾਹਿਬਜ਼ਾਦਾ ਤਿਆਗਮੱਲ ਨੂੰ ਵੀ ਬਹੁਤ ਸੁੰਦਰ ਪੋਸ਼ਾਕ ਪਹਿਨਾਈ ਗਈ। ਜੰਝ ਦੇ ਰੂਪ ਵਿੱਚ ਸੰਗਤਾਂ ਸ਼ਬਦ ਕੀਰਤਨ ਗਾਉਂਦੀਆਂ ਹੋਈਆਂ ਜਾ ਰਹੀਆਂ ਨੇ। ਤਾਂ ਰਸਤੇ ਵਿੱਚ ਕੀ ਦੇਖਿਆ, ਇੱਕ 4-5 ਸਾਲ ਦਾ ਬਾਲਕ ਹੈ। ਠੰਡ ਦਾ ਮੌਸਮ ਹੈ, ਉਸ ਦੇ ਤਨ ਉੱਪਰ ਕੋਈ ਕੱਪੜਾ ਨਹੀਂ। ਤਾਂ ਸਾਹਿਬਜ਼ਾਦਾ ਤਿਆਗਮੱਲ ਜੀ ਬੱਗੀ ਤੋਂ ਉਤਰੇ, ਉਸ ਬਾਲਕ ਕੋਲ ਗਏ, ਕਹਿਣ ਲੱਗੇ, ਦੋਸਤ ਇੰਨੀ ਠੰਡ ਹੈ, ਤੇਰੇ ਤਨ ਉੱਪਰ ਕੋਈ ਕੱਪੜਾ ਨਹੀਂ, ਕੀ ਤੇਰੀ ਮਾਂ ਤੈਨੂੰ ਕੱਪੜਾ ਨਹੀਂ ਦੇ ਰਹੀ? ਤਾਂ ਉਸ ਬਾਲਕ ਨੇ ਹੱਥ ਜੋੜੇ, ਕਹਿਣ ਲੱਗੇ, ਬਾਬਾ ਜੀ ਕਿਹੜੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਪੁੱਤਰ ਨੂੰ ਚੰਗੀ ਖੁਰਾਕ ਨਾ ਦੇਵਾਂ? ਕਿਹੜੀ ਮਾਂ ਕਹਿੰਦੀ ਹੈ ਮੈਂ ਆਪਣੇ ਪੁੱਤਰ ਨੂੰ ਚੰਗੀ ਪੁਸ਼ਾਕ ਨਾ ਦੇਵਾਂ? ਘਰ ਵਿੱਚ ਅਤ ਦੀ ਗਰੀਬੀ ਹੈ ਤੇ ਸਾਡੇ ਗਰੀਬ ਘਰ ਵਿੱਚ ਤਨ ਢੱਕਣ ਨੂੰ ਕੱਪੜਾ ਹੈ ਨਹੀਂ। ਜਦ ਵੈਰਾਗ ਦੀ ਮੂਰਤ ਸਾਹਿਬਜ਼ਾਦਾ ਤਿਆਗਮੱਲ ਜੀ ਨੇ ਇਹ ਬਚਨ ਸੁਣੇ ਤਾਂ ਆਪਣੀ ਸੁੰਦਰ ਪੁਸ਼ਾਕ ਲਾਹ ਕੇ ਉਸ ਬੱਚੇ ਨੂੰ ਪਹਿਨਾ ਦਿੱਤੀ। ਤਾਂ ਵਾਪਸ ਰਥ ਵਿੱਚ ਆਏ, ਮਾਤਾ ਜੀ ਨੇ ਦੇਖਿਆ ਤੇ ਪੁੱਛਿਆ, ਪੁੱਤਰ ਜੀ ਇਹ ਤੁਸੀਂ ਕੀ ਕੀਤਾ? ਆਪਣੇ ਤਨ ਦੀ ਸੁੰਦਰ ਪੁਸ਼ਾਕ ਉਸ ਬੱਚੇ ਨੂੰ ਪਹਿਨਾ ਦਿੱਤੀ ਹੈ। ਇੰਨੇ ਨੂੰ 6ਵੇਂ ਗੁਰਦੇਵ ਜੀ ਆ ਪਹੁੰਚੇ ਤੇ ਕਹਿਣ ਲੱਗੇ, ਮੇਰੇ ਪੁੱਤਰ ਨੇ ਜੋ ਕੀਤਾ ਹੈ ਸਭ ਠੀਕ ਕੀਤਾ ਹੈ, ਜੋ ਇਹਨਾਂ ਨੂੰ ਭਾਇਆ ਇਹਨਾਂ ਨੇ ਕੀਤਾ ਹੈ। ਇਹ ਤਨ ਢੱਕਣ ਵਾਲੇ ਅਵਤਾਰ ਲੈ ਕੇ ਆਏ ਨੇ, ਦੀਨ ਗਰੀਬਾਂ ਦੇ ਪਰਦੇ ਕੱਜਣ ਵਾਲੇ ਨੇ, ਧਰਮ ਦੇ ਪਰਦੇ ਕੱਜਣ ਵਾਲੇ ਨੇ। ਸਮਾਂ ਆਵੇਗਾ ਇਹ ਧਰਮ ਦੇ ਪਰਦੇ ਢੱਕਣਗੇ। ਤਾਂ ਸਾਧ ਸੰਗਤ ਜੀ, ਇਹ ਕੌਤਕ ਨਿੱਕੀ ਉਮਰ ਵਿੱਚ ਵਰਤਿਆ। ਵਿਆਹ ਹੋਇਆ ਬਾਬਾ ਗੁਰਦਿੱਤਾ ਜੀ ਦਾ, ਤਾਂ ਸਮਾਂ ਆਪਣੀ ਚਾਲ ਚੱਲਦਾ ਗਿਆ। ਬਾਬਾ ਬੁੱਢਾ ਸਾਹਿਬ ਜੀ ਬਾਬਾ ਤਿਆਗਮੱਲ ਜੀ ਨੂੰ ਗੁਰਬਾਣੀ ਪੜ੍ਹਾਉਂਦੇ ਨੇ, ਸੰਥਿਆ ਕਰਾਉਂਦੇ ਨੇ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਤਕਰੀਬਨ 114-15 ਸਾਲ ਤੱਕ ਪਹੁੰਚ ਚੁੱਕੀ ਸੀ, ਬਜ਼ੁਰਗ ਅਵਸਥਾ ਹੈ। ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਵੀ ਬੇਨਤੀ ਕੀਤੀ ਕਿ ਭਾਈ ਗੁਰਦਾਸ ਜੀ ਆਪ ਵੀ ਸਾਹਿਬਜ਼ਾਦੇ ਨੂੰ ਗੁਰਬਾਣੀ ਦੀ ਸੰਥਿਆ ਕਰਾਇਆ ਕਰੋ। ਤੀਰ ਅੰਦਾਜ਼ੀ, ਤਲਵਾਰ ਦਾ ਅਭਿਆਸ, ਘੋੜ ਸਵਾਰੀ, ਗੁਰਬਾਣੀ ਦੀ ਸੰਥਿਆ, ਇਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨਿਭਾ ਰਹੇ ਨੇ।
ਤਾਂ ਸਾਹਿਬਜ਼ਾਦਾ ਜੀ 15-16 ਸਾਲ ਦੀ ਉਮਰ ਦੇ ਜਦ ਹੋਏ ਤਾਂ ਕਰਤਾਰਪੁਰ ਸਾਹਿਬ ਵਿਖੇ ਜ਼ੁਲਮ ਦੀ ਹੱਦ ਨਾ ਰਹੀ ਤੇ ਚੌਥੀ ਜੰਗ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰੰਭ ਹੋਈ। ਉਸ ਜੰਗ ਦੇ ਵਿੱਚ ਸਾਹਿਬਜ਼ਾਦਾ ਤਿਆਗਮੱਲ ਜੀ ਘੋੜ ਤੇ ਸਵਾਰ ਹੋਏ, ਤਲਵਾਰ ਦੇ ਜੌਹਰ ਵਿਖਾਏ, ਜੰਗ ਵਿੱਚ ਜੂਝੇ। ਤਲਵਾਰ ਦੇ ਧਨੀ ਬਾਬਾ ਤਿਆਗਮੱਲ ਜੀ ਨੇ ਐਸੀ ਤਲਵਾਰ ਚਲਾਈ, ਐਸੇ ਦੁਸ਼ਮਣਾਂ ਦੇ ਛੱਕੇ ਛਡਾਏ ਤਾਂ ਜਿੱਤ ਹੋਈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਜੰਗ ਜਿੱਤ ਕੇ ਵਾਪਸ ਅੰਮ੍ਰਿਤਸਰ ਪਹੁੰਚੇ। ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਸ਼ੁਕਰਾਨਾ ਕੀਤਾ ਤਾਂ ਤੇਗ ਦੀ ਬਹਾਦਰੀ ਵੇਖ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਨੇ ਸਾਹਿਬਜ਼ਾਦਾ ਤਿਆਗਮੱਲ ਦਾ ਨਾਮ ਤੇਗ ਬਹਾਦਰ ਰੱਖਿਆ। ਬੜੀਆਂ ਖੁਸ਼ੀਆਂ ਹੋਈਆਂ। ਤਾਂ ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਵਿਖੇ ਗੁਰੂ ਕਾ ਸਿੱਖ ਲਾਲ ਚੰਦ ਜੋ ਬੜੇ ਹੀ ਗੁਰੂ ਨਾਨਕ ਦੇ ਘਰ ਦੇ ਅਨੰਨ ਸਿੱਖ ਨੇ, ਸੇਵਾ ਕਰਦੇ ਨੇ, ਦਰਸ਼ਨ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ। ਇੱਕ ਦਿਨ ਛੇਵੇਂ ਪਾਤਸ਼ਾਹ ਜੀ ਦੇ ਕੋਲ ਬੈਠੇ ਤੇਗ ਬਹਾਦਰ ਜੀ ਨੂੰ ਦੇਖਿਆ। ਸੁੰਦਰ ਸਰੀਰ ਹੈ, ਨੌਜਵਾਨ ਅਵਸਥਾ ਹੈ, ਸੋਹਣੇ ਨਕਸ਼ਨਹਾਰ ਨੇ। ਤਾਂ ਲਾਲ ਚੰਦ ਜੀ ਨੇ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਮੇਰੇ ਘਰ ਵਿੱਚ ਨੌਜਵਾਨ ਬੇਟੀ ਹੈ। ਮੇਰਾ ਮਨ ਗੁਰੂ ਸਾਹਿਬਾ ਜੀ ਦੇ ਸਾਹਿਬਜ਼ਾਦੇ ਨੂੰ ਬੇਟੀ ਦਾ ਰਿਸ਼ਤਾ ਕਰਨ ਦਾ ਮਨ ਹੈ। ਕਿਰਪਾ ਕਰੋ, ਤੁਸੀਂ ਗੁਰੂ ਸਾਹਿਬਾਂ ਜੀ ਨੂੰ ਪੁੱਛੋ ਤੇ ਮਨ ਦੀ ਮੇਰੀ ਇੱਛਾ ਪੂਰਨ ਕਰੋ ਜੀ। ਤਾਂ ਇਹ ਗੱਲ ਜਦ ਛੇਵੇਂ ਪਾਤਸ਼ਾਹ ਜੀ ਗੱਲ ਪਹੁੰਚੀ ਤਾਂ ਸਾਹਿਬਾਂ ਨੇ ਸਵੀਕਾਰ ਕੀਤਾ। ਤਾਂ ਲਾਲ ਚੰਦ ਦੀ ਬੇਟੀ ਬੀਬੀ ਗੁਜਰ ਕੌਰ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਹੋਈ, ਵਿਆਹ ਕਾਰਜ ਹੋਇਆ, ਬੜੀਆਂ ਖੁਸ਼ੀਆਂ ਹੋਈਆਂ। ਇਹਨਾਂ ਖੁਸ਼ੀਆਂ ਦੇ ਵਿੱਚ ਬੇਅੰਤ ਸੰਗਤਾਂ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਦੀਆਂ ਨੇ। ਸਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ। ਸੋ ਸਾਧ ਸੰਗਤ ਜੀ, ਜੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ 400 ਸਾਲਾ ਅਵਤਾਰ ਪੁਰਬ ਨੂੰ ਮਨਾਉਂਦਿਆਂ ਹੋਇਆਂ ਆਪ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸੇ ਬਖਸ਼ ਕੇ ਨਿਹਾਲ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸਾਡਾ ਵੀ ਜੀਵਨ ਸਾਹਿਬਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਲੋਕ ਸੁਖੀਏ ਪਰਲੋਕ ਸੁਹੇਲੀ ਦੀ ਅਵਸਥਾ ਬਣ ਜਾਵੇ। ਤੇ ਪਾਤਸ਼ਾਹ ਜੀ ਕਿਰਪਾ ਕਰਨ, ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀਆਂ ਦਾਤਾਂ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ ਕੇ ਨਿਹਾਲ ਕਰਨ। ਸੋ ਸਮੇਂ ਮੁਤਾਬਕ ਇੱਥੇ ਹੀ ਕਥਾ ਦੀ ਸਮਾਪਤੀ ਹੈ। ਸੋ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ, ਬੁਲਾਈਏ ਫਤਿਹ। ਸਾਰੀ ਸੰਗਤ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।